ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ ਬਾਰੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸ਼ੁਰੂਆਤ ਕਰਾਂਗੇ ਕਿਉਂਕਿ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਈਡੀ ਨੇ ਛਾਪੇਮਾਰੀ ਕੀਤੀ ਹੈ ਤੇ ਅੱਜ ਚੰਗੀ ਨਕਦੀ ਵੀ ਬਰਾਮਦ ਹੋਈ ਹੈ। दूसरे पासे राणा गुरजीत सिंह के खिलाफ पार्टी विचों बगावती सुरां उठणियां शुरू हो गई ने ते जस्टिस रणजीत सिंह ने एक किताब लिखी है। चर्चा विच बहुत है, खबरां होर भी बहुत सारियां ने। सब तो पहला पन्नू साहब का स्वागत करते हैं। पन्नू साहब स्वागत जी, सत श्री अकाल। पन्नू साहब, मुख मंत्री चरणजीत सिंह चन्नी तो शुरुआत करते हैं। रिश्तेदारां दे घर ईडी ने छापेमारी की है ते अज पता लग्या 10 करोड़ तो वध नकदी जब्त की गई है। होर आने वाले दिनों तक भी कहते इस तरह कार्रवाई रह सकती है, किवें देखते हैं? देखो नवजीत जी, गल ये है कि चरणजीत सिंह चन्नी का नाम लग गया कि वो घरों पैसे फड़े गए, वो घरों नहीं फड़े गए जी, रिश्तेदार तो फड़े गए। पर रिश्तेदारी इन्नी गूढ़ी है कि चरणजीत सिंह चन्नी उस रिश्तेदारी के चक्कर तो अपने आप को लांभे नहीं कर सकता। लोग पुछते हैं कि 110 दिन ਤੁਹਾਨੂੰ ਮੁੱਖ ਮੰਤਰੀ ਬਣਿਆ ਹੋਏ ਹੁਣ ਤੇ ਤੁਹਾਡੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਕੋਲੋਂ 10.5-11 ਕਰੋੜ ਰੁਪਏ ਫੜੇ ਗਏ ਹੁਣ ਨਗਦੀ, ਬਾਕੀ ਕਿੰਨਾ ਕੁਛ। ਇਹ ਇਹੋ ਜਿਹੇ ਘਰਾਂ 'ਚ ਭੁਪਿੰਦਰ ਸਿੰਘ ਹਨੀ ਇੱਥੇ ਹੀ ਹੁੰਦੇ। ਹਨੀ ਦਾ ਮਤਲਬ ਸ਼ਾਇਦ ਜੀ ਲੋਕਾਂ ਵਿਚਾਰਿਆਂ ਦੇ ਹਿੱਸੇ ਤਾਂ ਖੱਟੀ ਲੱਸੀ ਵੀ ਨਹੀਂ ਆਉਂਦੀ। ਬਿਲਕੁਲ। ਇਹ ਜਿਹੜੇ ਸੱਤਾ ਦੇ ਨੇੜੇ ਤੇੜੇ ਰਹਿਣ ਵਾਲੇ ਲੋਕ ਆ, ਇਹਨਾਂ ਦੇ ਵਿੱਚ ਬਹੁਤੀ ਵਾਰੀ ਦਿਨੇ ਮੇਲ ਜੋਲ ਘੱਟ ਹੁੰਦਾ ਤੇ ਰਾਤ ਨੂੰ ਜ਼ਿਆਦਾ ਹੁੰਦਾ। ਜਿਹੜੀਆਂ ਰਾਤ ਦੀਆਂ ਮੀਟਿੰਗਾਂ ਤੇ ਰਾਤ ਦੀਆਂ ਮਹਿਫਲਾਂ ਹਨੀ ਬਾਰੇ ਵੀ ਮਸ਼ਹੂਰ ਸੀ ਜੀ। ਔਰ ਜੋ ਕੁਛ ਉੱਥੋਂ ਫੜਿਆ ਗਿਆ ਤੇ ਚੋਣਾਂ ਦੇ ਮੌਕੇ ਤੇ ਫੜਿਆ ਗਿਆ, ਮੈਂ ਇਸ ਗੱਲ ਨੂੰ ਬਿਲਕੁਲ ਰੱਦ ਨਹੀਂ ਕਰਦਾ ਕਿ ਇਹਦੇ ਪਿੱਛੇ ਰਾਜਨੀਤੀ ਆ। ਭਾਰਤੀ ਜਨਤਾ ਪਾਰਟੀ ਦਾ ਇੱਕ ਦਾਅ ਹੈ कि चुप कीते रहो, गुच्छी मार के बैठे रहो, शह ला के घात ला के बैठे रहो। जदों चोणां दे दिन आउण ते छापे मार दिओ, ममता बनर्जी के रिश्तेदारां ते भी मार दिओ, अखिलेश सिंह यादव दे भी मार दिओ, ते चरणजीत सिंह चन्नी सुक्का क्यों रह जे इहदे रिश्तेदारां दे भी मार दिओ। 2018 की शिकायत है तो हुण तक रोक के क्यों रखी गई, हुण ही छापे क्यों मारे गए? पर दूजी गल ये है, छापे मारन वाला नूं क्यों कहने? ਪਹਿਲਾਂ ਆਪਣਾ ਘਰ ਸਾਫ਼ ਕਰੋ। ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਪਿਛਲੇ ਮਹੀਨੇ ਮੀਡੀਆ ਨਾਲ ਲਿਜਾ ਕੇ ਤੇ ਵਿਖਾਇਆ ਸੀ ਕਿ ਆਹ ਖੱਡਾਂ ਦੇ ਉੱਤੇ ਨਜਾਇਜ਼ ਮਾਈਨਿੰਗ ਹੁੰਦੀ ਹੈ ਤੇ ਚੰਨੀ ਸਾਹਿਬ ਦੇ ਨੇੜਲੇ ਬੰਦੇ ਕਰਦੇ ਆ ਜੀ, ਉਦੋਂ ਸਮਝ ਨਹੀਂ ਲੱਗੀ। ਇਹ ਜਿਹੜੇ ਲੋਕ ਕਰਦੇ ਸੀ ਇਹਨਾਂ ਨੂੰ ਉਦੋਂ ਹੀ ਕਹਿ ਦਿੰਦੇ ਕਿ ਜਿੰਨੀ ਨਾਤੀ ਉਹਨਾਂ ਪੁੰਨ। ਆਹ 2 ਮਹੀਨੇ ਜਰਾ ਮੂੰਹ ਨੂੰ ਛਿੱਕਾ ਦੇ ਕੇ ਰੱਖ ਲਓ, ਬਹੁਤੇ ਬਘਿਆੜ ਨਾ ਬਣੋ, ਨਹੀਂ ਤਾਂ ਤੁਸੀਂ ਮਰੋਗੇ, ਨਾਲ ਮੈਨੂੰ ਵੀ ਮਰਵਾਓਗੇ। ਚੰਨੀ ਸਾਹਿਬ ਦੀ ਇੰਨੀ ਹਿੰਮਤ ਕਿਉਂ ਨਾ ਪਈ ਕਿ ਉਹਨਾਂ ਨੂੰ ਸੱਦ ਕੇ ਘੂਰ ਕੇ ਝਿੜਕ ਕੇ ਕਹਿਣ ਬੰਦੇ ਦੇ ਪੁੱਤਾਂ ਵਾਲਾ ਵਿਹਾਰ ਕਰੋ, ਮੈਨੂੰ ਕਿਉਂ ਮਰਵਾਉਣ ਲੱਗੇ? ਜਦੋਂ ਇਹੋ ਜਿਹੇ ਭੈੜੇ ਭੈੜੇ ਰਿਸ਼ਤੇਦਾਰ ਨਾਲ ਲਾਏ ਸੀ ਔਰ ਉਹਨਾਂ ਨੂੰ ਖੁੱਲ੍ਹਾਂ ਦਿੱਤੀਆਂ ਸੀ ਤੇ ਇਸ ਬਦਨਾਮੀ ਦਾ ਕੁਝ ਨਾ ਕੁਝ ਤਾਂ ਟਿੱਕਾ ਚੰਨੀ ਸਾਹਿਬ ਤੱਕ ਲੱਗਣਾ ਹੀ ਲੱਗਣਾ ਸੀ। ਤੋਂ ਬਚਾਊ ਕੌਣ? ਹੁਣ ਜੋ ਕੁਛ ਹੁੰਦਾ ਪਿਆ ਇਹ ਸਿਰਫ ਰਾਜਨੀਤੀ ਕਹਿ ਕੇ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਕਾਂਗਰਸ ਦੇ ਦਿੱਲੀ ਦਰਬਾਰ 'ਚ ਬੈਠੇ ਰਣਦੀਪ ਸੂਰਜੇਵਾਲਾ ਤੱਕ ਸਾਰੇ ਜਣੇ ਦਵਾਈ ਪਾਈ ਜਾਣ, ਉਹਦੇ ਨਾਲ ਖਹਿੜਾ ਤਾਂ ਨਹੀਂ ਛੁੱਟ ਜਾਣਾ ਜੀ। ਇਹ ਸਾਰਿਆਂ ਨੂੰ ਪਤਾ ਕਿ ਜਿਹੜੀ ਪਾਰਟੀ ਰਾਜ ਕਰਦੀ ਹੋਵੇ, ਚੋਰ ਉਹਦੇ 'ਚ ਦੂਸਰਿਆਂ ਨਾਲੋਂ ਵੱਧ ਹੁੰਦੇ ਆ। ਕੇਂਦਰ ਦੀ ਰਾਜ ਕਰਦੀ ਪਾਰਟੀ 'ਚ ਕਾਂਗਰਸੀਆਂ ਨਾਲੋਂ ਇਸ ਵੇਲੇ ਚੋਰ ਵੱਧ ਨੇ, ਪਰ ਉਹਨੇ ਆਪਣੇ ਚੋਰਾਂ ਨੂੰ ਕੁਛ ਨਹੀਂ ਆਖਣਾ। ਤੁਸੀਂ ਜਿਹੜੇ ਉਹਦੇ ਖਿਲਾਫ ਲੜਦੇ ਪਏ ਜੇ, ਆ ਜੋ ਕੁਝ 5 ਜਨਵਰੀ ਨੂੰ ਉੱਥੇ ਪੰਜਾਬ 'ਚ ਹੋਇਆ ਕੀਤਾ ਕਿਸਾਨਾਂ ਨੇ, ਪਰ ਉਹਦੇ ਤੋਂ ਬਾਅਦ ਉਹਦੇ ਹੋਏ ਦਾ ਲਾਭ ਲੈਣ ਵਾਸਤੇ ਜਿਹੜਾ ਸਟੈਂਡ ਚਰਨਜੀਤ ਸਿੰਘ ਚੰਨੀ ਨੇ ਲਿਆ ਸੀ, ਜੇ ਉਹ ਸਟੈਂਡ ਲੈ ਲਿਆ ਸੀ ਤੇ ਉਸ ਤੋਂ ਬਾਅਦ ਪੱਲਾ ਵੀ ਇੰਨਾ ਕੁ ਸਾਫ਼ ਚਾਹੀਦਾ ਸੀ ਕਿ ਨਰਿੰਦਰ ਮੋਦੀ ਭਾਜੀ ਮੋੜਨ ਵਾਸਤੇ ਜੇ ਕੁਝ ਕਰਨਾ ਵੀ ਚਾਹਵੇ ਤੇ ਨਾ ਕਰ ਸਕੇ ਨਾ ਕਰਵਾ ਸਕੇ। ਤੇ ਹੁਣ ਜੋ ਕੁਝ ਹੋ ਗਿਆ, ਜਿੰਨੀ ਖੇਹ ਉੱਡ ਗਈ ਅਕਲ ਦੀ, ਇਸ ਤੋਂ ਬਾਅਦ ਚੰਨੀ ਸਾਹਿਬ ਨੂੰ ਆਪਣਾ ਪੱਲਾ, ਆਪਣੀ ਪਾਰਟੀ ਦਾ ਪੱਲਾ ਬਚਾਉਣਾ ਔਖਾ ਹੋ ਜੂ ਜੀ। ਵਿਰੋਧੀਆਂ ਦੇ ਨਾਲ ਪਾਰਟੀ ਦੇ ਅੰਦਰ ਇੱਕ ਬੰਦਾ ਹੈਗਾ ਜਿਹੜਾ ਇਸ ਮੌਕੇ ਨੂੰ ਆਕਾਸ਼ ਤੋਂ ਵਰਸੇ ਫੁੱਲ ਸਮਝੂਗਾ
ਉਹ ਜਿਹੜਾ ਰੋਜ਼ ਇਹ ਕਹਿੰਦਾ ਮੇਰੇ ਕੋਲ ਪੰਜਾਬ ਮਾਡਲ ਹੈ, ਉਸ ਪੰਜਾਬ ਮਾਡਲ ਵਾਲੇ ਨੂੰ ਇਸ ਗੱਲ ਦਾ ਚਾਅ ਚੜਿਆ ਹੋਣਾ ਕਿ ਸ਼ੁਕਰ ਹੈ ਫਸੇ। ਉਹਨਾਂ ਨੂੰ ਇਹ ਨਹੀਂ ਕਿ ਦੂਸਰੀਆਂ ਪਾਰਟੀਆਂ ਕੀ ਕਰਦੀਆਂ, ਸਭ ਤੋਂ ਵੱਧ ਵਿਰੋਧ ਤਾਂ ਇੱਥੇ ਸੀਗਾ, ਉਸ ਕਰਕੇ ਉਹ ਵੀ ਖੁਸ਼ ਹੋਊਗਾ, ਕਈ ਹੋਰ ਵੀ ਖੁਸ਼ ਹੋਣਗੇ। ਗਲਤੀ ਚਰਨਜੀਤ ਸਿੰਘ ਚੰਨੀ ਦੀ ਹੈ ਕਿ ਉਹਨੇ ਵੇਲੇ ਸਿਰ ਆਪਣੇ ਰਿਸ਼ਤੇਦਾਰਾਂ ਨੂੰ ਇਹ ਨਹੀਂ ਆਖਿਆ ਕਿ ਮੂੰਹ ਨੂੰ ਲਗਾਮ ਦੇ ਕੇ ਰੱਖੋ, ਇਹ ਬੰਦੇ ਦੇ ਪੁੱਤ ਬਣੋ। ਜੀ ਪੰਨੂ ਸਾਹਿਬ, ਜਸਟਿਸ ਰਣਜੀਤ ਸਿੰਘ ਨੇ ਇੱਕ ਕਿਤਾਬ ਰਿਲੀਜ਼ ਕੀਤੀ ਹੈ, ਵੋਟਾਂ ਤੋਂ ਪਹਿਲਾਂ ਐਨ ਕਿਤਾਬ ਰਿਲੀਜ਼ ਕੀਤੀ ਹੈ, ਰਾਜਨੀਤੀ ਤੇ ਕਿਹੜੀ ਧਿਰ ਨੂੰ ਫਾਇਦਾ ਹੋ ਸਕਦਾ ਜਾਂ ਕਿਹੜੀ ਨੂੰ ਨੁਕਸਾਨ ਹੁੰਦਾ, ਇੱਕ ਤਾਂ ਇਹ ਦੱਸਿਓ। ਦੂਸਰੇ ਪਾਸੇ ਬੇਅਦਬੀ ਅਤੇ ਬਾਈਬਲ ਕਲਾਂ ਗੋਲੀकांड ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਆ, ਕਿਤਾਬ ਨੂੰ ਕਿਵੇਂ ਦੇਖਦੇ ਆ? ਮੇਰੇ ਮਨ 'ਚ ਜਸਟਿਸ ਰਣਜੀਤ ਸਿੰਘ ਦੀ ਬਹੁਤ ਇੱਜ਼ਤ ਸੀ, ਪਰ ਗ੍ਰਾਮਰ ਹੀ ਹੈ ਨਾ, ਸੀ ਜੀ ਹੁਣ ਹੈ ਕਿ ਨਹੀਂ ਹੈ, ਭਲਕੇ ਕਿਤਾਬ ਪੜ੍ਹ ਕੇ ਪਤਾ ਲੱਗੂ। ਇਹਨੇ ਪਿਛਲੇ ਸਮੇਂ 'ਚ ਜੱਜ ਦੇ ਤੌਰ ਤੇ ਚੰਗਾ ਕੰਮ ਕੀਤਾ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਤੇ ਇਹਨੇ ਜਿਹੜਾ ਕੁਝ ਉੱਥੇ ਜਾ ਕੇ ਫੋੜਾ ਫੜੀ ਕਰਕੇ ਸੱਚ ਸਾਹਮਣੇ ਲਿਆਂਦਾ, ਸਾਰੇ ਸਮਝਦੇ ਸੀ ਬਹੁਤ ਵਧੀਆ। ਵਿਧਾਨ ਸਭਾ ਦੇ ਵਿੱਚ ਉਹ ਸੱਚ ਦਾ ਸਾਹਮਣਾ ਕਰਨ ਦੀ ਥਾਂ ਅਕਾਲੀ ਪਾਰਟੀ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਗਰੌਲਾ ਪਾ ਕੇ ਕਰਕੇ ਬਾਹਰ ਭੱਜ ਗਏ ਸੀ। ਉਦੋਂ ਲੋਕੀ ਕਹਿੰਦੇ ਸੀ ਜਸਟਿਸ ਰਣਜੀਤ ਸਿੰਘ ਨੇ ਕਮਾਲ ਕਰ ਦਿੱਤੀ। ਇਹਦੀਆਂ ਲੱਭਤਾਂ ਦੀ ਚਰਚਾ ਅਦਾਲਤਾਂ ਵਿੱਚ ਵੀ ਹੋਈ ਸੀ, ਬਹੁਤ ਸਾਰੇ ਲੋਕ ਇਹਦੇ ਪੱਖ 'ਚ ਖਲੋਤੇ ਸਨ ਜੀ। ਫਿਰ ਉਹਦੇ ਤੋਂ ਬਾਅਦ ਇਹ ਗੱਲ ਤਾਂ 2018-19 ਦੀ ਹੋ ਗਈ ਨਾ, ਉਸ ਤੋਂ ਬਾਅਦ ਹੁਣ ਤੱਕ ਜਸਟਿਸ ਰਣਜੀਤ ਸਿੰਘ ਨੇ ਚੁੱਪ ਵੱਟ ਛੱਡੀ ਤੇ ਕਿਤਾਬ ਲਿਖਦੇ ਰਹੇ। ਜਿੱਡੀ ਕਿ ਕਿਤਾਬ ਲਿਖੀ ਆ, ਸਾਰੇ ਫੈਕਟ ਤਾਂ ਇਹਨਾਂ ਦੇ ਕੋਲ ਸਨ, ਤੱਥ ਸਬੂਤ ਸਾਰੇ ਇਹਨਾਂ ਦੇ ਕੋਲ ਸਨ, ਕਿਉਂਕਿ ਇਹਨਾਂ ਨੇ ਜਾਂਚ ਕੀਤੀ ਸੀ। ਇਹ ਤਾਂ ਨਹੀਂ ਕਿ ਇਹਨਾਂ ਨੂੰ ਕੋਈ ਐਸੇ ਲਿਖਣਾ ਸੀਗਾ ਤੇ ਉਹਦੇ ਵਾਸਤੇ ਲਫ਼ਜ਼ ਨਹੀਂ ਸੀ ਲੱਭਦੇ। ਜਦੋਂ ਸਾਰੇ ਤੱਥ ਤੁਹਾਡੇ ਕੋਲ ਹੋਣ, ਸਾਰੀ ਉਮਰ ਮੁਕੱਦਮਿਆਂ ਦੇ ਫੈਸਲੇ ਦਿੱਤੇ ਹੋਣ ਤੇ ਲਿਖਾਏ ਹੋਣ, ਲਿਖਾਉਣਾ ਵੀ ਆਉਂਦਾ ਵੇ, ਹਰ ਗੱਲ ਕੋਲ ਵੀ ਹੋਵੇ, ਤੇ ਫਿਰ ਤਾਂ ਸਿਰਫ 4 ਸਫ਼ੇ ਝਰੀਟਣੇ ਸੀ। ਇਹ ਝਰੀਟਣ ਦਾ ਕੰਮ ਓਨਾ ਹੀ ਸੌਖਾ ਸੀ ਜਿੱਦਾਂ ਕੋਈ ਬੱਚਾ 10ਵੀਂ ਜਮਾਤ 'ਚ ਮਾਈ ਫਾਦਰ ਦਾ ਐਸੇ ਲਿਖਦਾ ਜੀ। ਇਹ ਲਿਖਣ ਦੇ ਉੱਤੇ 3-4 ਸਾਲ ਕਿਉਂ ਲਾਤੇ? ਹੁਣ ਆ ਕੇ ਕਿਤਾਬ ਦੀ ਟਾਈਮਿੰਗ ਜਿਹੜੀ ਆ ਵੀ ਕਿਹੜੇ ਵਕਤ ਰਿਲੀਜ਼ ਕੀਤੀ ਜਾ ਰਹੀ ਹੈ, ਉਸ ਕਿਤਾਬ 'ਚ ਦੱਸਿਆ ਜਾ ਰਿਹਾ ਕਿ ਜਿਹੜਾ ਕੁਛ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਕੀਤਾ ਗਿਆ, ਬੇਅਦਬੀ ਕੀਤੀ ਗਈ ਬਰਗਾੜੀ ਤੇ ਹੋਰ ਥਾਵਾਂ 'ਤੇ, ਉਹ ਸੱਚੇ ਸੌਦੇ ਵਾਲਾ ਕਰਵਾਈ ਸੀ। ਤੇ ਉਦੋਂ ਬਾਅਦ ਰੋਸ ਕਰਦੀ ਸਿੱਖ ਸੰਗਤ ਤੇ ਜਿਹੜੀ ਗੋਲੀ ਚਲਾਈ ਗਈ, ਉਹ ਉਸ ਵਕਤ ਦੀ ਸਰਕਾਰ ਦੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਪੁਲਿਸ ਵਾਲਿਆਂ ਚਲਾਈ ਸੀ। ਆਹ ਗੱਲਾਂ ਉਹ ਆ ਜਿਹੜੀਆਂ 100 ਨਹੀਂ 200 ਨਹੀਂ 500 ਵਾਰ ਮੇਰੇ ਵਰਗਾ ਛੋਟਾ ਜਿਹਾ ਪੱਤਰਕਾਰ ਵੀ ਕਹਿ ਚੁੱਕਾ। ਇਹੋ ਗੱਲਾਂ ਨੇ ਜਿਹੜੀਆਂ ਉਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਵਿੱਚ ਆ ਚੁੱਕੀਆਂ ਨੇ, ਉਦੋਂ ਦੀਆਂ ਦੱਬ ਕੇ ਰੱਖੀਆਂ ਗਈਆਂ। ਅੱਜ ਕਿਤਾਬ ਰਿਲੀਜ਼ ਕਰਕੇ ਐਨ ਉਸ ਮੌਕੇ ਤੇ ਜਦੋਂ ਚੋਣਾਂ ਸਿਰ ਤੇ ਆਈਆਂ, ਰਣਜੀਤ ਸਿੰਘ ਨੇ ਸਾਰੇ ਕੀਤੀ ਕਤਰੀ ਪਾਣੀ ਫੇਰਤਾ ਜੀ। ਇਹ ਕਿਤਾਬ 3 ਮਹੀਨੇ ਪਹਿਲਾਂ ਜਾਰੀ ਕਰਦਾ। ਇਸ ਕਿਤਾਬ ਦਾ ਮੁੱਲ ਸੀ। ਇਸ ਵੇਲੇ ਹਰ ਕੋਈ ਆਖੇਗਾ ਕਿ ਜਸਟਿਸ ਰਣਜੀਤ ਸਿੰਘ ਨਿਰਪੱਖ ਜੱਜ ਨਾ ਰਹਿ ਕੇ ਇੱਕ ਰਾਜਸੀ ਧਿਰ ਨਾਲ ਖਲੋਣ ਦਾ ਯਤਨ ਕਰ ਰਿਹਾ ਤਾਂ ਕਿ ਇਹ 'ਚੋਂ ਕੋਈ ਲਾਭ ਮਿਲ ਜਾਵੇ। ਬਿਲਕੁਲ। ਇਹ ਕਿਉਂ ਕੀਤਾ ਗਿਆ? ਹੁਣ ਕਿਉਂ ਕੀਤਾ ਗਿਆ? ਜੇ ਹੁਣ ਤੱਕ ਨਹੀਂ ਸੀ ਕੀਤਾ, ਫਿਰ 1 ਮਹੀਨਾ ਰਹਿ ਗਿਆ ਸੀ, 1.5 ਮਹੀਨਾ, ਇਹ ਚੋਣਾਂ ਹੋ ਲੈਣ ਦਿੰਦਾ, ਉਸ ਤੋਂ ਬਾਅਦ ਕਰ ਦਿੰਦਾ। ਇਸ ਵੇਲੇ ਕਿਹੜੀ ਭੀੜ ਪਈ ਸੀ ਕਿ ਹੁਣੇ ਕਰਨਾ ਜ਼ਰੂਰੀ ਸੀ? ਜਿਹੜਾ ਮੌਕਾ ਚੁਣਿਆ ਉਹ ਮੌਕਾ ਇੰਨਾ ਗਲਤ ਹੈ ਕਿ ਇਹਦੇ ਨਾਲ ਜਸਟਿਸ ਰਣਜੀਤ ਸਿੰਘ ਦੀ ਪੋਜੀਸ਼ਨ ਖਰਾਬ ਹੋਵੇਗੀ। ਇਹਨੂੰ ਪਤਾ ਇਹਦੇ ਖਿਲਾਫ ਪਹਿਲਾਂ ਰਾਜਸੀ ਟਿੱਪਣੀਆਂ ਹੁੰਦੀਆਂ ਰਹੀਆਂ, ਇਹਨੂੰ ਪਤਾ ਇਹਨੇ ਜਾ ਕੇ ਹਾਈ ਕੋਰਟ 'ਚ ਕੇਸ ਕੀਤਾ ਸੀ ਕਿ ਮੈਂ ਰਿਟਾਇਰਡ ਜੱਜ ਹਾਂ ਤੇ ਮੇਰੇ ਖਿਲਾਫ ਰਾਜਨੀਤਿਕ ਪੱਖ ਤੋਂ ਰਾਜਨੀਤਿਕ ਵਿਰੋਧੀ ਜਿਹੜੇ ਨੇ ਉਹ ਟਿੱਪਣੀਆਂ ਕਰਦੇ ਪਏ। ਜਿਹੜਾ ਬੰਦਾ ਇਹ ਕੁਝ ਕਰਦਾ ਪਿਆ ਸੀ, ਉਹ ਅੱਜ ਆ ਕੇ ਇਸ ਤਰ੍ਹਾਂ ਦੀ ਗੱਲ ਕਰਕੇ, ਅੱਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਮਾਮਲੇ 'ਚ ਕੀ ਹੋਇਆ? ਸਾਰਾ ਕੁਝ ਇਹਨੇ ਕੀਤਾ ਕਰਾਇਆ ਸੀ। ਹਾਈ ਕੋਰਟ 'ਚ ਕੇਸ ਗਿਆ ਤੇ ਹਾਈ ਕੋਰਟ ਦੇ ਜੱਜ ਨੇ ਕਹਿ ਦਿੱਤਾ ਜੀ ਇਹ ਤਾਂ ਸਾਰੀ ਰਿਪੋਰਟ ਜਿਹੜੀ ਬਣਾਈ ਜਾ ਰਹੀ ਹੈ ਰਾਜਨੀਤਿਕ ਹੈ ਜੀ। ਉਹਦੇ 'ਚ ਕੁਛ ਥੋੜ੍ਹੀਆਂ ਬਹੁਤ ਗਲਤੀਆਂ, ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਵਧੀਆ ਬੰਦਾ ਸੀ ਜਿਹਨੇ ਬਹੁਤ ਸੋਹਣਾ ਕੀਤਾ, ਪਰ ਮੀਡੀਆ 'ਚ ਵਾਰ-ਵਾਰ ਆਉਣ ਜਾਣ ਦੀਆਂ ਕੁਝ ਥੋੜ੍ਹੀਆਂ ਜਿਹੀਆਂ ਗਲਤੀਆਂ ਹੋ ਗਈਆਂ ਸੀ, ਇਹਨਾਂ ਨੂੰ ਅਗਲੇ ਵਰਤ ਗਏ।
ਬਿਲਕੁਲ। ਹੁਣ ਆ ਜਸਟਿਸ ਰਣਜੀਤ ਸਿੰਘ ਦੀ ਇਸ ਕਿਤਾਬ ਨੂੰ ਵੀ ਕਿਤਾਬ ਨਾ ਰੱਖ ਕੇ ਇੱਕ ਪੋਲੀਟੀਕਲ ਡਾਕੂਮੈਂਟ ਸਮਝਿਆ ਜਾਣਾ, ਉਹਦੇ ਨਾਲ ਸਾਰਾ ਕੰਮ ਖਰਾਬ ਕਰ ਲਿਆ। ਪੰਜ ਸਾਹਿਬ, ਜੇ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਪਾਰਟੀ ਦੇ 4 ਵਿਧਾਇਕਾਂ ਨੇ ਚਿੱਠੀ ਲਿਖੀ ਹੈ ਬੀਬੀ ਸੋਨੀਆ ਗਾਂਧੀ ਨੂੰ। ਉਹ ਕਹਿੰਦੇ ਇਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿਓ ਕਿਉਂਕਿ ਨੁਕਸਾਨ ਪਹੁੰਚਾ ਰਹੇ ਹੈ, ਤੇ ਦੂਸਰੇ ਪਾਸੇ ਉਹ ਕਹਿੰਦੇ ਆ ਕਿ ਮੈਂ ਤਾਂ ਇੱਦਾਂ ਹੀ ਰਾਜਨੀਤੀ ਕਰੂੰਗਾ ਜਿੱਦਾਂ ਪਹਿਲਾਂ ਕੀਤੀ ਹੈ। ਕਿਵੇਂ ਦੇਖਦੇ ਆ ਇਹ ਸਾਰੇ ਹਾਲਾਤਾਂ ਨੂੰ? ਚਿੱਠੀ ਲਿਖੀ ਆ ਬੀਬੀ ਸੋਨੀਆ ਗਾਂਧੀ ਨੂੰ ਜੀ। ਉਹ ਵਿਚਾਰੀ ਇੰਨੇ ਬੀਬੇ ਸੁਭਾਅ ਦੀ ਆ, ਨਾ ਦੋਸ਼ ਲਾਉਣ ਵਾਲਿਆਂ ਨੂੰ ਕੁਛ ਕਹਿੰਦੀ ਆ, ਨਾ ਜਿਨ੍ਹਾਂ ਤੇ ਦੋਸ਼ ਲੱਗੇ ਉਹਨਾਂ ਨੂੰ ਕੁਛ ਕਹਿੰਦੀ ਆ। ਉਹ ਕਿਸੇ ਨੂੰ ਕਹਿੰਦੀ ਨਹੀਂ। ਜਦੋਂ ਉਹ ਆਪਣੀ ਚੜ੍ਹਤ ਵਿੱਚ ਸੀ ਉਦੋਂ ਵੀ ਕਿਸੇ ਨੂੰ ਕਹਿਣ ਜੋਗੀ ਨਹੀਂ ਸੀ, ਤੇ ਹੁਣ ਤਾਂ ਬਜ਼ੁਰਗ ਆ, ਸਿਹਤ ਠੀਕ ਨਹੀਂ, ਮੁੰਡਾ ਚੋਣਾਂ ਆਉਂਦੀਆਂ ਤੇ ਵਿਦੇਸ਼ ਦੌਰੇ ਤੇ ਚਲ ਜਾਂਦਾ। ਕੁੜੀ ਵਿਚਾਰੀ ਯੂਪੀ ਦੇ ਚੱਕਰਵਿਊਹ 'ਚ ਫਸੀ ਆ, ਉੱਥੋਂ ਸਿਆਸਤ ਵਿੱਚੋਂ ਬਾਹਰ ਨਿਕਲ ਸਕਦੀ। ਉਹ ਕਿਸੇ ਨੂੰ ਆਖੂ ਹੀ ਕੀ? ਇਹ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਕੁਝ ਆਪੋ ਵਿੱਚ ਸ਼ਰਮ ਚਾਹੀਦੀ ਆ ਕਿ ਸਾਰੇ ਜਣੇ ਉਸ ਪਾਰਟੀ 'ਚ ਇਕੱਠੇ ਕਿਉਂ ਬੈਠੇ ਆ? ਇਹਦੇ 'ਚ ਕੋਈ ਪਾਰਟੀ ਪ੍ਰਧਾਨ ਹੈਗਾ ਕਿ ਨਹੀਂ ਹੈਗਾ? ਇੱਕੋ ਪਾਰਟੀ 'ਚ ਬੈਠੇ ਨੇ। ਟਿਕਟ ਰਾਣਾ ਗੁਰਜੀਤ ਸਿੰਘ ਨੂੰ ਮਿਲ ਗਈ, ਟਿਕਟ ਨਵਤੇਜ ਸਿੰਘ ਚੀਮੇ ਨੂੰ ਵੀ ਮਿਲ ਗਈ, ਟਿਕਟ ਬਲਵਿੰਦਰ ਸਿੰਘ ਧਾਲੀਵਾਲ ਤੇ ਅਵਤਾਰ ਹੈਂਦੀ ਦੇ ਪੁੱਤਰ ਨੂੰ ਵੀ ਮਿਲ ਗਈ। ਆਪਣੇ ਨਾਲ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਜੋੜ ਲਿਆ, ਜੇਲ੍ਹ 'ਚ ਬੈਠੇ ਨੂੰ ਟਿਕਟ ਉਹਨੂੰ ਵੀ ਮਿਲ ਗਈ। ਉਹ 4 ਜਣੇ ਕਹਿੰਦੇ ਆ ਕਿ ਰਾਣੇ ਗੁਰਜੀਤ ਨੂੰ ਪਾਰਟੀ 'ਚੋਂ ਕੱਢ ਦਿਓ। ਰਾਣਾ ਗੁਰਜੀਤ ਉਹਨਾਂ ਚੌਹਾਂ ਤੇ ਦੋਸ਼ ਲਾਉਂਦਾ, ਤੇ ਮੌਕਾ ਕਿਹੜਾ? ਜਦੋਂ ਵਿਧਾਨ ਸਭਾ ਚੋਣਾਂ ਹੋਣੀਆਂ। ਐਨ ਵਿਧਾਨ ਸਭਾ ਚੋਣਾਂ ਦੇ ਸਿਰ ਤੇ ਜਾ ਕੇ ਜੇ ਕਾਂਗਰਸੀਆਂ ਦੇ ਵਿਧਾਇਕਾਂ ਦਾ, ਮੰਤਰੀਆਂ ਦਾ ਇੱਕ ਗਰੁੱਪ ਦੂਜਿਆਂ ਤੇ ਦੋਸ਼ ਲਾਵੇ ਤੇ ਦੂਸਰਿਆਂ ਦਾ ਇੱਕ ਗਰੁੱਪ ਇਹਨਾਂ ਤੇ ਲਾਵੇ, ਇਹ ਦੋਵੇਂ ਜਣੇ ਕਰਨਗੇ ਕੀ? ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ 2002 ਤੋਂ 2007 ਤੱਕ ਜਿਹੜੀ ਚੱਲੀ, ਉਹਦੇ 'ਚ ਵੀ ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਸਿੰਘ ਇਸੇ ਤਰ੍ਹਾਂ ਸਿੰਘ ਫਸਾਈ ਫਿਰਦੇ ਸੀ। ਇੱਕ ਮੌਕਾ ਆਇਆ ਕਿ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੋਵਾਂ ਦੇ ਉੱਤੇ ਦੋਸ਼ ਲਾਏ, ਤੇ ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਨੂੰ ਸਮਝਾ ਕੇ ਘੱਲਿਆ ਕਿ ਜਲੰਧਰ ਜਾ ਕੇ ਪ੍ਰੈਸ ਕਾਨਫਰੰਸ ਕਰੋ, ਦੋਵੇਂ ਇਕੱਠੇ ਬੈਠ ਕੇ, ਤੇ ਸੁਖਬੀਰ ਦੇ ਦੋਸ਼ਾਂ ਦਾ ਜਵਾਬ ਦਿਓ। ਇਹਨਾਂ ਸਾਰੀ ਪ੍ਰੈਸ ਕਾਨਫਰੰਸ ਕਰ ਲਈ। ਇੱਕ ਪੱਤਰਕਾਰ ਨੇ ਪੁੱਛਿਆ, ਸੁਖਪਾਲ ਸਿੰਘ ਜੀ, ਪਰਸੋਂ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਬੋਲੇ ਸੀ, ਤੁਹਾਂ ਦੋਸ਼ ਬੜੇ ਲਾਏ ਸੀ, ਅੱਜ ਤੁਸੀਂ ਦੋਵੇਂ ਇਕੱਠੇ ਆ, ਰਾਣਾ ਗੁਰਜੀਤ ਸਿੰਘ ਅੱਜ ਦੁੱਧ ਧੋਤਾ ਹੋ ਗਿਆ, ਅੱਜ ਤੁਸੀਂ ਉਹ ਦੋਸ਼ਾਂ ਦਾ ਕੀ ਜਵਾਬ ਦਿਓਗੇ? ਤੁਸੀਂ ਦੋਸ਼ ਵਾਪਸ ਲੈ ਲਏ ਆ ਜਾਂ ਉਹ ਦੋਸ਼ ਝੂਠੇ ਸੀ? ਤੇ ਸੁਖਪਾਲ ਸਿੰਘ ਖਹਿਰਾ ਕਹਿੰਦਾ, ਮੈਂ ਤੇ ਅੱਜ ਵੀ ਉਹਨਾਂ ਦੋਸ਼ਾਂ ਤੇ ਸਟੈਂਡ ਕਰਦਾ ਜਿਹੜੇ ਉੱਤੇ ਮੈਂ ਲਾਏ ਸੀ। ਤੇ ਅੱਗੋਂ ਰਾਣਾ ਗੁਰਜੀਤ ਸਿੰਘ ਕਹਿੰਦਾ, ਜੇ ਤੂੰ ਮੇਰੇ ਤੇ ਦੋਸ਼ ਲਾਉਣਾ, ਤੂੰ ਮੈਨੂੰ ਝੂਠਾ ਹੀ ਸਮਝਦਾ, ਮੇਰੇ ਨਾਲ ਕਾਹਦੇ ਲਈ ਬੈਠਾ? ਇਹ ਤੂੰ ਮੈਂ ਨਾ ਕੀਤੀ। ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਦੋਵੇਂ ਜਣੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨ ਵਾਸਤੇ ਗਏ ਸੀ। ਪਰ ਹੋਇਆ ਇਹ ਕਿ ਅਗਲੇ ਦਿਨ ਦੇ ਅਖਬਾਰਾਂ 'ਚ ਸਾਰਿਆਂ ਦੇ ਵਿੱਚ ਪਹਿਲੇ ਸਫ਼ੇ ਤੇ ਇਹਨਾਂ ਦੋਵਾਂ ਦੀ ਆਪਸੀ ਲੜਾਈ ਜਿਹੜੀ ਆ, ਇਕੱਠੇ ਪ੍ਰੈਸ ਕਾਨਫਰੰਸ ਕਰਨ ਵਾਲਿਆਂ ਦੀ, ਉਹ ਛਾ ਗਈ। ਸੁਖਬੀਰ ਸਿੰਘ ਬਾਦਲ ਦਾ ਇਹਦੋਂ ਵੱਧ ਫਾਇਦਾ ਕੌਣ ਕਰ ਸਕਦਾ? ਹੁਣ ਚੱਲੇ ਆ ਚੋਣਾਂ ਲੜਨ, ਜਮ ਜਾਣ। ਪਰ ਇੱਕ ਗੱਲ ਯਾਦ ਰੱਖ ਲੈਣ, ਇਹਨਾਂ ਨੇ ਆ ਜੋ ਕੁਝ ਹੁਣ ਤੱਕ ਕੀਤਾ, ਇਹਦੇ ਨਾਲ ਆਪਣੇ ਆਪ ਨੂੰ ਇਹਨਾਂ ਨੇ ਵੋਟਰਾਂ ਦੇ ਕੋਲ ਜਾ ਕੇ ਵੋਟਾਂ ਮੰਗਣ ਵਾਸਤੇ ਚੋਣਾਂ ਨੂੰ ਛੱਡ ਦਿਓ, ਲੜਨ ਵਾਲਿਆਂ ਦੇ ਤੌਰ ਤੇ ਕੁਆਲੀਫਾਈ ਕਰਤਾ। ਇੱਕ ਨਵਾਬ ਨੇ ਫੌਜ ਭਰਤੀ ਕਰਨੀ ਸੀ, ਉਹਨੇ ਇੱਕ ਜਵਾਨ ਨੂੰ ਸੱਦ ਕੇ ਪੁੱਛਿਆ ਕੀ ਕਰਦਾ? ਉਹਨਾਂ ਕਹਿੰਦਾ, ਜੀ ਮੇਰੇ ਕੋਲ ਕੱਪੜੇ ਸਿਉਣ ਵਾਲੀ ਮਸ਼ੀਨ, ਲੋਕਾਂ ਦੇ ਕੱਪੜੇ ਸੀ ਉਹਨਾਂ ਨਾਲ। ਕਹਿੰਦਾ, ਮੈਂ ਤਾਂ ਫੌਜ ਭਰਤੀ ਕਰਨੀ, ਤੂੰ ਕਰ ਲਈ ਆ ਗਿਆ? ਕਹਿੰਦਾ, ਜੀ ਤੁਸੀਂ ਹੁਕਮ ਕਰੋਗੇ ਲੜ ਵੀ ਲਵਾਂਗੇ। ਦੂਜੇ ਨੂੰ ਪੁੱਛਿਆ, ਕਹਿੰਦਾ, ਜੀ ਮੇਰੀ ਹੱਟੀ ਆ, ਅਸੀਂ ਤਾਂ ਫੌਜ ਭਰਤੀ ਕਰਨੀ ਆ, ਜੰਗ ਲੜਨੀ ਪੈਣੀ ਕੱਲ੍ਹ ਨੂੰ। ਕਹਿੰਦਾ, ਜੀ ਹੁਣ ਤੱਕ ਤੇ ਹੱਟੀ ਤੇ ਉੱਥੇ ਲੂਣ ਤੇਲ ਵੇਚਦਾ ਸੀ, ਤੁਸੀਂ ਆਖੋ ਕਿ ਚਲੋ ਲੜ ਵੀ ਲਵਾਂਗੇ। ਦੋ ਨੂੰ ਪੁੱਛਿਆ, ਜਿਹੜਾ ਤੀਜਾ ਸੀ ਉਹ ਅਗਲੇ ਪਾਸੇ ਜੱਟ ਸੀ, ਉਹਨੂੰ ਪੁੱਛਿਆ, ਭਾਈ ਤੂੰ ਸੁਣਾ ਕਿੱਦਾਂ? ਕਹਿੰਦਾ, ਜੀ ਇਹਨਾਂ ਨੂੰ ਪੁੱਛਣਾ ਪੁੱਛ ਲਓ, ਮੈਂ ਤਾਂ ਅੱਜ ਘਰਦਿਆਂ ਨਾਲ ਵੀ ਲੜ ਕੇ ਹੀ ਹਾਂ, ਆਪਾਂ ਲੜਨ ਲੁੜਨ ਗਿੱਜੇ ਹਾਂ। ਇਹ ਜਿਹੜੇ ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ, ਨਵਤੇਜ ਸਿੰਘ ਚੀਮਾ, ਇਹ ਜਿੰਨੇ ਆ, ਇਹ ਸਾਰੇ ਕੱਲ੍ਹ ਨੂੰ ਜਾ ਕੇ ਲੋਕਾਂ ਕੋਲ ਕਹਿ ਸਕਦੇ, ਪੰਜਾਬ ਦੇ ਹੱਕਾਂ ਵਾਸਤੇ ਅਸੀਂ ਦਿੱਲੀ ਜਾ ਕੇ ਜ਼ਰੂਰ ਲੜਾਂਗੇ, ਕਿਉਂਕਿ ਅਸੀਂ ਆਪਣੇ ਟੱਬਰ ਵਿੱਚ ਵੀ ਸਾਰੇ ਲੜਨ ਗਿੱਜੇ, ਅਸੀਂ ਤਾਂ ਇੱਕ ਦੂਸਰੇ ਦੇ ਪੱਲੇ ਕੱਖ ਨਹੀਂ ਛੱਡਦੇ। ਜਦੋਂ ਅਸੀਂ ਆਪਣਿਆਂ ਦੇ ਪੱਲੇ ਨਹੀਂ ਕੱਖ ਛੱਡਦੇ, ਤੁਸੀਂ ਸਾਨੂੰ ਵੋਟਾਂ ਪਾ ਕੇ ਦਿਓ, ਦਿੱਲੀ ਜਾਣ ਦਾ ਮੌਕਾ ਦਿਓ, ਆਪਾਂ ਮੋਦੀ ਦੇ ਪੱਲੇ ਵੀ ਕੱਖ ਨਹੀਂ ਛੱਡਾਂਗੇ। ਤਜਰਬਾ ਇੱਥੋਂ ਆ ਕਿ ਅਸੀਂ ਤਾਂ ਘਰ 'ਚ ਕੱਖ ਨਹੀਂ ਛੱਡਿਆ, ਤੇ ਉੱਥੇ ਕਿ ਛੱਡਾਂਗੇ? ਇਹ ਜਿੱਦਾਂ ਦੀ ਇਹਨਾਂ ਨੇ ਲੜਾਈ ਆਪੋ 'ਚ ਵਿੱਢ ਲਈ ਆ, ਜਦੋਂ ਇਹ ਸਾਰਾ ਟੱਬਰ ਆਪੋ 'ਚ ਲੜਦੇ ਜਾਣਗੇ, ਲੋਕ ਬੇਵਕੂਫ ਇਹਨਾਂ ਨੂੰ ਵੋਟਾਂ ਪਾ ਦੇਣਗੇ ਜੀ। ਅਜੇ ਤਾਂ ਇਹ ਸ਼ੁਰੂਆਤ ਹੋਈ ਹੈ ਚੋਣਾਂ ਦੀ, ਅਗਲਿਆਂ ਦਿਨਾਂ 'ਚ ਵੇਖਿਓ ਰੰਗ ਕੀ ਆ, ਇਹਨਾਂ ਨੇ ਪਤਾ ਨਹੀਂ ਕਿੱਥੋਂ ਤੱਕ ਜ਼ੋਰ ਜਾਣਾ।
ਉਹ ਪੰਨੂ ਸਾਹਿਬ ਕਿਸੇ ਨੂੰ ਕਹਿ ਨਹੀਂ ਨਾ ਸਕਣਗੇ ਕਿ ਵਿਰੋਧੀਆਂ ਨੇ ਕਾਂਗਰਸ ਦੀਆਂ ਜੜ੍ਹਾਂ ਵੱਢੀਆਂ, ਆਪਣੇ ਕਾਂਗਰਸ ਵਿੱਚ ਘੱਟੋ ਘੱਟ ਇਹ ਤਸੱਲੀ ਹੋਊ ਕਿ ਕਿਸੇ ਦਾ ਕਸੂਰ ਨਹੀਂ, ਹੱਥੀਂ ਵੱਡੀਆਂ ਨੇ। ਜੀ। ਉਧਰ ਜੇਕਰ ਸਿਆਸਤ ਦੀ ਗੱਲ ਅੱਗੇ ਵੱਲ ਵਧਾਈਏ ਤੇ ਬਹੁਤ ਸਾਰੇ ਚਿਹਰੇ ਪਾਰਟੀਆਂ ਵਿੱਚ ਸ਼ਾਮਲ ਹੋ ਰਿਹਾ, ਕੋਈ ਛੱਡ ਕੇ ਜਾ ਰਿਹਾ, ਕੋਈ ਮੁੜ ਆ ਰਿਹਾ। ਉਧਰ ਜਨਰਲ ਜੇ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਆ। ਇਹ ਬੜੇ ਚਿਰ ਤੋਂ ਸ਼ਾਂਤ ਬੈਠੇ ਸੀ, ਚੋਣਾਂ ਨਜ਼ਦੀਕ ਆਈਆਂ ਤੇ ਪਾਰਟੀ ਦੀ ਯਾਦ ਆ ਗਈ। ਦੇਖੋ, ਜਨਰਲ ਜੇ ਸਿੰਘ ਦੇ ਜਨਰਲ ਦੇ ਤੌਰ ਤੇ, ਆਰਮੀ ਕਮਾਂਡਰ ਦੇ ਤੌਰ ਤੇ ਮੈਂ ਉਹਦੀ ਇੱਜ਼ਤ ਕਰਦਾ, ਬਹੁਤ ਜ਼ਿਆਦਾ ਕਰਦਾ ਜੀ, ਪਰ ਉਹਦੀ ਰਾਜਨੀਤੀ ਦੇ ਪੱਖ ਤੋਂ ਮੈਂ ਉਹਦੇ ਖਿਲਾਫ। ਇਹ ਭਾਰਤੀ ਫੌਜਾਂ ਦਾ ਪਹਿਲਾ ਸਿੱਖ ਜਰਨੈਲ ਸੀ ਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਬਣਿਆ ਸੀ। ਇਹਨੂੰ ਬਣਨ ਤੋਂ ਰੋਕਣ ਵਾਸਤੇ ਕਈ ਯਤਨ ਹੋਏ ਸਨ। ਉਹਨਾਂ ਯਤਨਾਂ ਦੇ ਵਿੱਚ ਕੀ ਖੇਡਾਂ ਖੇਡੀਆਂ ਗਈਆਂ ਤੇ ਉਹਨਾਂ ਯਤਨਾਂ ਨੂੰ ਫੇਲ ਕਿੱਦਾਂ ਕੀਤਾ ਗਿਆ, ਇਹ ਦਿੱਲੀ 'ਚ ਬੈਠੇ ਸਰਦਾਰ ਤਰਲੋਚਨ ਸਿੰਘ ਤੋਂ ਵੱਧ ਤੇ ਕੋਈ ਨਹੀਂ ਜਾਣਦਾ, ਜਿਹਨੇ ਇਹਦੀ ਖਾਤਰ ਲੜਾਈ ਲੜੀ ਸੀ। ਇਹ ਜਨਰਲ ਬਣ ਗਏ, ਸ਼ਾਨ ਨਾਲ ਜਰਨੈਲ ਰਿਹਾ, ਔਰ ਕਿੰਨੇ ਸ਼ਾਨ ਨਾਲ। ਮੈਂ ਇੱਕ ਮਿਸਾਲ ਦਿੰਦਾ ਜੀ। ਆਰਮੀ ਚੀਫ ਬਣ ਕੇ ਉਦੋਂ ਜੰਮੂ ਕਸ਼ਮੀਰ 'ਚ ਹਾਲਾਤ ਬੜੇ ਖਰਾਬ ਸੀ। ਜਨਰਲ ਜੇ ਸਿੰਘ ਉੱਥੇ ਗਏ ਤੇ ਨੇ ਆਖਿਆ ਕਿ ਮੈਂ ਸਾਰੇ ਰੈਂਕਾਂ ਦਾ ਇੱਕ ਸੈਮੀਨਾਰ ਕਰਨਾ, ਜਿਹਦੇ ਵਿੱਚ ਲੈਫਟੀਨੈਂਟ ਜਨਰਲ ਵੀ ਸੀ, ਬ੍ਰਿਗੇਡੀਅਰ ਸੀ, ਕੈਪਟਨ ਤੇ ਲੈਫਟੀਨੈਂਟ ਵੀ ਸੀ, ਸੂਬੇਦਾਰ ਤੇ ਹਵਾਲਦਾਰ ਵੀ ਸੀ ਤੇ ਜਵਾਨ ਵੀ ਸੀ। ਸਾਰਿਆਂ 'ਚੋਂ ਥੋੜ੍ਹੇ ਥੋੜ੍ਹੇ ਲਿਆ ਸੀ। ਵੱਡਾ ਹਾਲ ਭਰਿਆ ਸੀ। ਜਦੋਂ ਜਨਰਲ ਜੇ ਸਿੰਘ ਹੈ, ਇਹਨੇ ਸਾਰਿਆਂ ਨੂੰ ਆਖਿਆ ਉੱਠੋ, ਅੱਧੇ ਐਸ ਕੰਧ ਨਾਲ ਲੱਗ ਜਾਓ, ਅੱਧੇ ਐਸ ਕੰਧ ਨਾਲ ਲੱਗ ਕੇ ਖਲੋਗੇ। ਇੱਕ ਜਣੇ ਨੂੰ ਆਖਿਆ ਉਹ ਸਾਹਮਣੇ ਕੰਧ ਦੇ ਲਾਗੇ ਜਾ ਕੇ ਇੱਕ ਟੇਬਲ ਰੱਖਿਆ। ਕਹਿੰਦੇ 6 ਗਲਾਸੀਆਂ ਲਿਆਓ। ਪਹਿਲਾਂ 3 ਗਲਾਸੀਆਂ ਜੋੜ ਕੇ ਮੁੱਦੀਆਂ ਮਾਰੀਆਂ, ਉਹਨਾਂ ਉੱਤੇ 2 ਮੁੱਦੀਆਂ ਮਾਰੀਆਂ, ਉਹਨਾਂ ਦੇ ਉੱਤੇ ਇੱਕ ਹੋਰ ਮੁੱਦੀ ਮਾਰੀ, ਪਿਰਾਮਿਡ ਬਣਾਤਾ। ਕਹਿੰਦਾ ਹੁਣ ਹੇਠਲੀਆਂ 3 ਤੇ ਉੱਪਰਲੀਆਂ 2 ਦੇ ਵਿਚਾਲੇ ਜਿਹੜਾ ਥੋੜ੍ਹਾ ਜਿਹਾ ਥਾਂ ਬਣਦਾ, ਉੱਥੇ ਕਾਲਾ ਨਿਸ਼ਾਨ ਲਾ ਦਿਓ। ਲਾਤਾ। ਫਿਰ ਕਹਿੰਦੇ ਸੈਲਫ ਲੋਡਿੰਗ ਰਾਈਫਲ ਲਿਆਓ। ਉਹ ਲਿਆਂਦੀ, ਲਿਆ ਕੇ ਚੁੱਕੀ। ਪਿਨ ਡਰਾਪ ਸਾਇਲੈਂਸ ਸੀ। ਸਾਰੇ ਸੋਚਦੇ ਸੀ ਜਨਰਲ ਸਾਹਿਬ ਕੀ ਕਰਨ ਲੱਗੇ ਆ, ਇਹ ਕੀ ਹੋਣ ਲੱਗਾ। ਜਨਰਲ ਨੇ ਰਾਈਫਲ ਚੁੱਕੀ, ਨਿਸ਼ਾਨਾ ਮਾਰਿਆ, 6 ਦੀਆਂ 6 ਗਲਾਸੀਆਂ ਖਲੋਤੀਆਂ ਰਹਿ ਗਈਆਂ, ਵਿੱਚੋਂ ਕਾਲੇ ਨਿਸ਼ਾਨ ਦੇ ਉੱਤੇ ਠੋਕਦਾ। ਤਾੜੀਆਂ ਨਾਲ ਹਾਲ ਗੂੰਜਿਆ ਤੇ ਜਨਰਲ ਨੇ ਆਖਿਆ ਮੈਂ ਤੁਹਾਡੇ ਸਾਰਿਆਂ ਤੋਂ ਉਮਰ 'ਚ ਵੱਡਾ, ਮੈਂ ਤੁਹਾਡੇ ਸਾਰਿਆਂ ਤੋਂ ਅਹੁਦੇ 'ਚ ਵੱਡਾ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੇਰੀ ਫੌਜ ਦਾ ਹਰ ਜਰਨੈਲ ਤੇ ਹਰ ਜਵਾਨ ਇਹੋ ਜਿਹਾ ਚਾਹੀਦਾ, ਜਿਹੜਾ ਭੀੜ ਨੂੰ ਕੱਚ ਦੇ ਗਲਾਸ ਸਮਝੇ ਤੇ ਉਹਨਾਂ ਦੇ ਵਿੱਚ ਫਿਰਦੇ ਦੁਸ਼ਮਣ ਨੂੰ ਕਾਲਾ ਦਾਗ ਸਮਝੇ। ਗੋਲੀ ਚਲਾਉਣ ਲੱਗਿਆਂ ਇਹ ਖਿਆਲ ਰੱਖੇ ਕਿ ਕੱਚ ਦੇ ਗਲਾਸ ਵਰਗੀ ਭੀੜ ਸਾਡੇ ਆਪਣੇ ਲੋਕਾਂ ਦੀ, ਇਹਨਾਂ 'ਚੋਂ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਕਾਲਾ ਦਾਗ ਰਹਿਣਾ ਨਹੀਂ ਚਾਹੀਦਾ। ਐਡੀ ਵੱਡੀ ਮਿਸਾਲ ਇਹਦੇ ਨਾਲ ਜੁੜੀ ਸੀ। ਫਿਰ ਇਹ 5 ਸਾਲ ਗਵਰਨਰ ਵੀ ਰਿਹਾ, ਵਧੀਆ ਰਿਹਾ। ਸ਼ਾਨ ਨਾਲ ਰਿਟਾਇਰ ਹੋਣਾ ਚਾਹੀਦਾ ਸੀ। ਮੁੜ ਕੇ ਆ ਕੇ ਕੀ ਕੀਤਾ, ਅਕਾਲੀਆਂ ਦੀ ਚੁੱਕਣਾ 'ਚ ਆ ਕੇ ਪਟਿਆਲੇ ਤੋਂ ਚੋਣ ਲੜ ਲਈ। ਗਲੀ ਗਲੀ ਜਰਨੈਲ ਸਾਹਿਬ ਤੁਰੇ ਫਿਰਨ ਤੇ ਸਿੱਟਾ ਕੀ ਨਿਕਲਿਆ। ਜਿਨ੍ਹਾਂ ਨੇ ਟਿਕਟ ਦਿੱਤੀ ਸੀ ਉਹਨਾਂ ਪਰਦੇ ਪਿੱਛੇ ਖੇਡ ਖੇਡੀ। ਨਤੀਜਾ ਆਇਆ ਜਨਰਲ ਜੇ ਸਿੰਘ ਬੈਡ 3rd, ਔਰ ਕਿੰਨਾ, ਕੈਪਟਨ ਅਮਰਿੰਦਰ ਸਿੰਘ ਜਿੱਤ ਗਿਆ, ਉਹਨੂੰ 72,000 ਵੋਟਾਂ। ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਬਲਵੀਰ ਸਿੰਘ ਆਇਆ, ਉਹਨੂੰ 72,000 ਦੇ ਮੁਕਾਬਲੇ ਤੇ 22,000 ਵੋਟਾਂ, ਸਿਰਫ 22,000 ਵੋਟਾਂ। ਚਲੋ ਹੋ ਵੱਧ ਹੋਣਗੀਆਂ, ਫਿਰ ਵੀ ਬਲਵੀਰ ਸਿੰਘ ਕੁਝ ਰੀਜਨਲ ਪੋਜੀਸ਼ਨ ਤੇ ਰਿਹਾ ਤੇ ਜਨਰਲ ਜੇ ਸਿੰਘ 11,000 ਵੋਟ। ਕੀ ਕੀਤਾ? ਮੈਂ ਸਮਝਦਾ ਜਨਰਲ ਜੇ ਸਿੰਘ ਨੂੰ ਸ਼ਾਨ ਨਾਲ ਰਿਟਾਇਰ ਹੋਣਾ ਚਾਹੀਦਾ ਸੀ, ਜਿਨ੍ਹਾਂ ਦਾ ਪਾਸ ਸੀ, ਜਿੱਦਾਂ ਇਹਨੇ ਕਿੱਥੇ ਜਾ ਕੇ ਜੰਮੂ ਕਸ਼ਮੀਰ 'ਚ ਫੌਜ ਨੂੰ ਇਹਨਾਂ ਸ਼ਾਨਦਾਰ ਸੰਦੇਸ਼ ਦਿੱਤਾ ਸੀ। ਬਿਲਕੁਲ ਨਾ ਇੰਨਾ ਉੱਚਾ ਸੀ, ਉਸ ਬੰਦੇ ਨੂੰ ਉੱਚਾ ਰੱਖਣਾ ਚਾਹੀਦਾ ਸੀ। ਅੱਜ ਵੀ ਉਹਨੂੰ ਰਾਜਨੀਤੀ ਤੋਂ ਪਾਸੇ ਰਹਿਣਾ ਚਾਹੀਦਾ। ਫੌਜੀ ਹੁੰਦੇ ਆ ਥੋੜ੍ਹਾ ਜਿਹਾ ਸਿੱਧੇ ਸੁਭਾਅ ਦੇ ਉੱਤੇ, ਉਹ ਬਲਛਲ ਸ਼ੈਤਾਨੀਆਂ ਚੁਸਤੀਆਂ ਰਾਜਨੀਤੀ ਵਾਲੀਆਂ ਨਹੀਂ ਜਾਣਦੇ ਜੀ। ਕੈਪਟਨ ਅਮਰਿੰਦਰ ਸਿੰਘ ਇਸ ਕਰਕੇ ਜਾਣਦਾ ਸੀ ਕਿਉਂਕਿ ਰਾਜਨੀਤਿਕ ਪਰਿਵਾਰ 'ਚੋਂ ਸੀ। ਜਨਰਲ ਜੇ ਸਿੰਘ ਰਾਜਨੀਤਿਕ ਚੁਸਤੀਆਂ ਜਾਣਦਾ ਨਹੀਂ। ਇਹ ਰਾਜਨੀਤਿਕ ਲੀਡਰ ਉਹਨੂੰ ਵਰਤਦੇ ਆ। ਉਹਨੂੰ ਚਾਹੀਦਾ ਕਿ ਉਹਨਾਂ ਨੂੰ ਕਹਿ ਦੇਵੇ ਜਿੰਨੀ ਨਾਤੀ ਉਹਨਾਂ ਪੁੰਨ, ਮੈਨੂੰ ਹੁਣ ਤੁਸੀਂ ਰਹਿਣ ਦਿਓ, ਤੁਸੀਂ ਆਪਣੀਆਂ ਚੋਣਾਂ ਲੜੋ, ਤੁਹਾਡੇ 'ਚ ਜਿਹੜਾ ਜਿੱਤ ਜਾਊ ਮੈਂ ਤੁਹਾਨੂੰ ਵਧਾਈ ਦੇਣਾ ਆਊਗਾ, ਫੁੱਲਾਂ ਦਾ ਗੁਲਦਸਤਾ ਨਾਲ ਲਿਆਊਂਗਾ, ਪਰ ਮੈਨੂੰ ਜਰਾ ਰਹਿਣ ਦਿਓ, ਮੈਂ ਹੁਣ ਹੋਰ ਖੱਜਲ ਨਹੀਂ ਹੋਣਾ ਚਾਹੁੰਦਾ। ਜੀ ਪੰਨੂ ਸਾਹਿਬ, 에ਅਰ ਇੰਡੀਆ ਨੇ ਅਮਰੀਕਾ ਜਾਣ ਵਾਲੀਆਂ ਅੱਜ ਫਲਾਈਟਸ ਕੈਂਸਲ ਕਰ ਦਿੱਤੀਆਂ। ਅਚਾਨਕ ਫੈਸਲਾ ਆਉਂਦਾ ਹੈ, ਕੋਈ 5G ਦਾ ਚੱਕਰ ਹੈ, ਪੂਰੀ ਕਹਾਣੀ ਕੀ ਹੈ? ਦੇਖੋ, 5G ਜਿਹੜਾ ਨੈਟਵਰਕ ਹੈ ਇਹ ਅਜੇ ਜਹਾਜ਼ਾਂ ਸਾਰਿਆਂ ਵਿੱਚ ਹੈ ਨਹੀਂ ਜੀ। ਅਗਲੇ ਪਾਸੇ ਉੱਥੇ ਲਾਉਣਾ, ਉੱਥੇ ਜਿਹੜਾ ਪਹਿਲਾ ਨੈਟਵਰਕ ਸੀ ਉਹਨੂੰ ਅਪਗ੍ਰੇਡ ਕੀਤਾ ਜਾ ਰਿਹਾ। ਉਹ ਨੈਟਵਰਕ, ਇਹ ਨੈਟਵਰਕ ਅਜੇ ਤੱਕ ਕੰਪੈਟੀਬਲ ਨਹੀਂ। ਜਦੋਂ ਇਹ ਜਾਂਦੇ ਆ
ਤੇ ਉਹ ਕਹਿੰਦੇ ਇਸ ਗੱਲ ਦੀ ਸਮੱਸਿਆ ਆ ਸਕਦੀ ਹੈ ਕਿ ਹੇਠਲਾ ਨੈਟਵਰਕ ਹੋਰ ਤੇ ਉੱਪਰਲਾ ਹੋਰ, ਤੇ ਜਹਾਜ਼ ਦੀ ਹਾਈਟ ਦਾ ਹੀ ਪਤਾ ਨਾ ਲੱਗੇ। ਇੱਥੇ ਬਹੁਤ ਸਾਰੇ 에ਅਰਪੋਰਟ ਦੁਨੀਆ ਤੇ ਇਹੋ ਜਿਹੇ ਆ ਜਿੱਥੇ ਨੇੜੇ ਜਾ ਕੇ ਆਟੋ ਪਾਇਲਟ ਵੀ ਲੱਗ ਜਾਂਦਾ, ਉੱਥੇ ਨਾਲ ਦੱਸੀ ਜਾਂਦਾ ਕਿ ਇੰਨੀ ਹਾਈਟ ਰਹਿ ਗਈ, ਇੰਨਾ ਤੁਸੀਂ ਆ ਗਏ, ਇੰਨੀ ਸਪੀਡ ਹੈ, ਇਸ ਹਿਸਾਬ ਨਾਲ। ਪਰ ਜੇ ਥੱਲੇ ਉਹ ਸਿਗਨਲ ਪੂਰੇ ਨਾ ਮਿਲੇ ਤੇ ਜਿਹੜੇ ਪੈਸੇਂਜਰ ਵਿੱਚ ਜਹਾਜ਼ ਦੇ ਨੇ ਉਹਨਾਂ ਸਾਰਿਆਂ ਦੀ ਜਾਨ ਖਤਰੇ 'ਚ ਪੈ ਸਕਦੀ ਜੀ। ਔਰ ਇਕੱਲੇ ਭਾਰਤ ਵਾਲੇ ਨਹੀਂ, ਬਹੁਤ ਸਾਰੇ ਦੇਸ਼ਾਂ ਦੀਆਂ ਫਲਾਈਟਸ ਉੱਥੇ ਰੋਕ ਦਿੱਤੀਆਂ ਗਈਆਂ, ਉਹਨਾਂ ਦੀਆਂ ਇੰਟਰਨਲ ਵੀ ਕਈ ਰੋਕ ਦਿੱਤੀਆਂ, ਜਿਹੜੇ ਜਹਾਜ਼ਾਂ ਦੇ ਵਿੱਚ ਅਜੇ ਉਹ ਸਿਸਟਮ ਅਪਗ੍ਰੇਡ ਨਹੀਂ ਕੀਤਾ ਗਿਆ। ਉੱਥੇ ਵੀ ਇਹ ਗੱਲ ਚੱਲਦੀ ਪਈ ਹੈ ਕਿ ਏਅਰਪੋਰਟਾਂ ਤੋਂ 2-2 ਕਿਲੋਮੀਟਰ ਦੇ ਘੇਰੇ 'ਚ 5G ਨੈਟਵਰਕ ਨਾ ਦਿਓ, ਕਨੈਕਸ਼ਨ ਨਾ ਦਿਓ। ਪਰ ਦੂਜੀ ਸਮੱਸਿਆ ਇਹ ਹੈ, ਜਿਹੜੇ ਉਹ ਨਾਗਰਿਕ ਉੱਥੇ ਏਅਰਪੋਰਟ ਦੇ ਨੇੜੇ ਰਹਿੰਦੇ ਆ, ਉਹ ਕਹਿੰਦੇ ਅਸੀਂ ਸੈਕੰਡ ਗ੍ਰੇਡ ਦੇ ਸਿਟੀਜ਼ਨ ਆ, ਬਾਕੀ ਸਾਰਿਆਂ ਨੂੰ 5G ਮਿਲਦਾ, ਸਾਨੂੰ ਕਿਉਂ ਨਾ ਮਿਲੇ। ਉਹ ਆਪਣਾ ਹੱਕ ਸਮਝ ਕੇ ਮੰਗਦੇ ਆ, ਤੇ ਜੇ ਉਹ ਹੱਕ ਸਮਝ ਕੇ ਮੰਗਦੇ ਆ ਤੇ ਇੱਧਰ ਫਲਾਈਟਸ ਦੀ ਪ੍ਰੋਬਲਮ ਆਉਂਦੀ ਹੈ। ਫਿਰ ਇਹਦਾ ਇੱਕੋ ਤਰੀਕਾ ਕਿ ਜਿੰਨੀ ਛੇਤੀ ਹੋ ਸਕੇ ਇਹਨਾਂ ਸਾਰੇ ਜਹਾਜ਼ਾਂ ਦੇ ਵਿੱਚ ਸਿਸਟਮ ਅਪਗ੍ਰੇਡ ਕੀਤੇ ਜਾਣ। ਏਅਰਪੋਰਟ ਦੇ ਜਿਹੜੇ ਏਅਰ ਟ੍ਰੈਫਿਕ ਕੰਟਰੋਲ ਉਹਨੂੰ ਵੀ ਅਪਗ੍ਰੇਡ ਕੀਤਾ ਜਾਵੇ ਤਾਂ ਕਿ ਫਲਾਈਟਸ ਚੱਲ ਸਕਣ। 4 ਦਿਨ ਲੇਟ ਹੋ ਜਾਵੇ ਜੀ, ਕੋਈ ਸਮੱਸਿਆ ਨਹੀਂ, 4 ਦਿਨ ਦੂਸਰੇ ਜਹਾਜ਼ਾਂ ਦੇ ਉੱਤੇ ਰਸ਼ ਪੈ ਜਾਏ, ਕੋਈ ਸਮੱਸਿਆ ਨਹੀਂ। ਪਰ ਜਿਹੜੀਆਂ ਮਨੁੱਖੀ ਜਾਨਾਂ ਉਹਨਾਂ ਨੂੰ ਖਤਰੇ ਵਿੱਚ ਬਿਲਕੁਲ ਨਹੀਂ ਪਾਉਣਾ ਚਾਹੀਦਾ, ਜਿੰਨਾ ਹੋ ਸਕੇ ਬਚਾਅ ਕਰਨਾ ਚਾਹੀਦਾ। ਜੇ ਇਸ ਮਾਮਲੇ 'ਚ ਸਿਕਿਉਰਿਟੀ ਦੇ ਪੱਖ ਤੋਂ, ਸੇਫਟੀ ਦੇ ਪੱਖ ਤੋਂ ਸੇਫਟੀ ਫਸਟ ਹੋ ਕੇ ਕੋਈ ਫੈਸਲਾ ਲਿਆ, ਠੀਕ ਕੀਤਾ, ਕੋਈ ਗਲਤ ਨਹੀਂ ਆ। ਚੰਗਾ ਫੈਸਲਾ, ਇਸ ਨੂੰ ਫੈਸਲਾ ਸਵੀਕਾਰ ਕਰਨਾ ਚਾਹੀਦਾ। ਪੰਨੂ ਸਾਹਿਬ, ਤੁਸੀਂ ਖਬਰਾਂ ਤੇ ਚਰਚਾ ਕੀਤੀ ਹੈ, ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।